ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ। ਅੱਜ ਅਸੀਂ ਗੱਲ ਕਰਾਂਗੇ ਵਿਧਵਾ ਔਰਤਾਂ ਦੇ ਅਧਿਕਾਰ ਨੂੰ ਲੈ ਕੇ, ਚਾਹੇ ਉਹ ਜ਼ਮੀਨ ਦੇ ਵਿੱਚੋਂ ਹਿੱਸੇਦਾਰੀ ਲੈਣ ਨੂੰ ਹੋਵੇ ਜਾਂ ਫਿਰ ਵਿਧਵਾ ਔਰਤਾਂ ਦੇ ਵਿਆਹ ਨੂੰ ਲੈ ਕੇ ਹੋਵੇ। ਠੀਕ 166 ਸਾਲ ਪਹਿਲਾਂ ਸਾਡੇ ਦੇਸ਼ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਨਾਲ ਇੱਕ ਵਿਧਵਾ ਔਰਤਾਂ ਨੂੰ ਸਹੂਲਤ ਦੇਣ ਵਾਲਾ ਇਤਿਹਾਸ ਲਿਖਿਆ ਗਿਆ ਸੀ। 16 ਜੁਲਾਈ 1856 ਈਸਵੀ ਨੂੰ ਇੱਕ ਸਮਾਜ ਸੇਵੀ ਵਿਦਿਆਸਾਗਰ ਨਾਂ ਦੇ ਵਿਅਕਤੀ ਵੱਲੋਂ ਇੱਕ ਫਾਈਟ ਲੜੀ ਗਈ। ਬ੍ਰਿਟਿਸ਼ ਜਿਹੜੀ ਸਰਕਾਰ ਸੀ ਉਸ ਦੇ ਵਿੱਚ ਵਿਧਵਾ ਔਰਤਾਂ ਦੇ ਅਧਿਕਾਰ ਨੂੰ ਲੈ ਕੇ, ਜਾਣੀ ਕਿ ਵਿਧਵਾ ਔਰਤ ਦਾ ਦੁਬਾਰਾ ਵਿਆਹ ਕਰਨ ਨੂੰ ਲੈ ਕੇ। ਹਿੰਦੂ ਮਾਨਤਾ ਦੇ ਵਿੱਚ ਅਜਿਹਾ ਨਹੀਂ ਸੀ, ਵਿਧਵਾ ਔਰਤ ਦੁਬਾਰਾ ਵਿਆਹ ਨਹੀਂ ਕਰਵਾ ਸਕਦੀ ਸੀ, ਪਰ ਇਸ ਈਸ਼ਵਰ ਚੰਦ ਵਿਦਿਆਸਾਗਰ ਨਾਂ ਦੇ ਵਿਅਕਤੀ ਵੱਲੋਂ ਬ੍ਰਿਟਿਸ਼ ਸਰਕਾਰ ਅੱਗੇ ਗੁਹਾਰ ਲਗਾਈ ਗਈ ਅਤੇ ਇਹ ਇੱਕ ਫੈਸਲਾ ਆਇਆ ਜਿਹੜਾ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ। ਇਸ ਫੈਸਲੇ ਦੇ ਦੌਰਾਨ ਹੁਣ ਵਿਧਵਾ ਔਰਤ ਦੁਬਾਰਾ ਵਿਆਹ ਕਰ ਸਕਦੀ ਸੀ। ਈਸ਼ਵਰ ਚੰਦ ਜਿਹੜਾ ਵਿਦਿਆਸਾਗਰ ਆ ਉਸਨੇ ਪਹਿਲਾਂ ਆਪਣੇ ਪੁੱਤਰ ਦਾ ਵਿਆਹ ਇੱਕ ਵਿਧਵਾ ਔਰਤ ਨਾਲ ਕੀਤਾ। ਫਿਰ ਇਹ ਫੈਸਲਾ ਮਾਨਯੋਗ ਸੁਪਰੀਮ ਕੋਰਟ 'ਚ ਗਿਆ, ਉੱਥੋਂ ਵੀ ਮਨਜ਼ੂਰੀ ਮਿਲੀ, ਹਾਈ ਕੋਰਟ ਤੋਂ ਵੀ ਮਨਜ਼ੂਰੀ ਮਿਲੀ ਤੇ ਫਿਰ ਇਹ ਫੈਸਲਾ ਇਤਿਹਾਸ ਰਚ ਗਿਆ। ਸੋ ਸਮੇਂ-ਸਮੇਂ ਸਿਰ ਮਾਨਯੋਗ ਜਿਹੜੀਆਂ ਕੋਰਟ ਹੁੰਦੀਆਂ ਨੇ ਉਹਨਾਂ ਨੇ ਔਰਤਾਂ, ਖਾਸ ਕਰਕੇ ਵਿਧਵਾ ਔਰਤਾਂ ਦੇ ਹੱਕ ਦੇ ਵਿੱਚ ਵੱਖ-ਵੱਖ ਕਾਨੂੰਨ ਲਿਆਂਦੇ ਜਾਂ ਵੱਖ-ਵੱਖ ਫੈਸਲੇ ਸੁਣਾਏ, ਜਿਨ੍ਹਾਂ ਦੇ ਆਧਾਰ ਦੇ ਉੱਤੇ ਅੱਜ ਦੀ ਪੀੜ੍ਹੀ ਟਿਕੀ ਹੋਈ ਹੈ। ਜਾਂ ਕਹਿ ਦਈਏ ਕਿ ਵਿਧਵਾ ਔਰਤਾਂ ਨੂੰ ਅਧਿਕਾਰ ਜਿਹੜੇ ਬਹੁਤ ਸਾਰੇ ਮਿਲੇ। ਅੱਜ ਅਸੀਂ ਇਹਨਾਂ ਅਧਿਕਾਰਾਂ ਦੀ ਚਰਚਾ ਕਰਾਂਗੇ ਕਿ ਕਿਹੜੇ ਸਮੇਂ ਇੱਕ ਵਿਧਵਾ ਨੂੰ ਕਿਹੜਾ ਅਧਿਕਾਰ ਮਿਲਿਆ। ਵਿਧਵਾ ਔਰਤ ਜਿਸ ਦਾ ਪਤੀ ਮਰ ਜਾਂਦਾ ਹੈ, ਪੁਰਾਤਨ ਸਮੇਂ 'ਚ ਉਸ ਨੂੰ ਨਾਲੇ ਸਤੀ ਕਰ ਦਿੱਤਾ ਜਾਂਦਾ ਸੀ ਜਾਂ ਫਿਰ ਉਹਨੂੰ ਦੁਬਾਰਾ ਵਿਆਹ ਕਰਾਉਣ ਦਾ ਅਧਿਕਾਰ ਨਹੀਂ ਸੀ ਜਾਂ ਸਤੀ ਪ੍ਰਥਾ ਖਤਮ ਹੋਈ। ਪਰ ਇਸ ਈਸ਼ਵਰ ਚੰਦ ਵਿਦਿਆਸਾਗਰ ਨਾਂ ਦੇ ਵਿਅਕਤੀ ਦੇ ਕੋਸ਼ਿਸ਼ਾਂ ਦੇ ਸਿਰ ਤੇ ਵਿਧਵਾ ਦੁਬਾਰਾ ਵਿਆਹ ਵੀ ਕਰਵਾ ਸਕੀ ਅਤੇ ਆਪਣੇ ਪਤੀ ਦੀ ਜ਼ਮੀਨ 'ਚੋਂ ਹਿੱਸਾ ਵੀ ਲੈ ਸਕੀ। ਅੱਜ ਤੁਹਾਨੂੰ ਦੱਸਾਂਗੇ ਕਿ ਮਾਨਯੋਗ ਕੋਰਟਸ ਨੇ ਸਮੇਂ-ਸਮੇਂ ਸਿਰ ਕਿਹੜੇ ਫੈਸਲੇ ਦਿੱਤੇ। ਸੋ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਕਿ ਮੇਰੇ ਕੋਲ ਡਿਟੇਲ ਆ, ਉਸ ਤੇ ਚਰਚਾ ਕਰਦੇ ਹਾਂ। ਤੇ ਜਿਹੜੀ ਵਿਧਵਾ ਔਰਤ ਆ ਉਹ ਆਪਣੇ ਸਹੁਰੇ ਦੀ ਪ੍ਰਾਪਰਟੀ ਦੇ ਵਿੱਚੋਂ ਵੀ ਹਿੱਸਾ ਲੈ ਸਕਦੀ ਹੈ, ਜਾਣੀ ਕਿ ਖਰਚੇ ਲਈ ਕਿਰਾਇਆ ਭੱਤਾ ਲੈ ਸਕਦੀ ਹੈ। ਇਹ ਫੈਸਲਾ ਕੀਤਾ ਸੀਗਾ ਛੱਤੀਸਗੜ੍ਹ ਦੀ ਹਾਈ ਕੋਰਟ ਨੇ, ਜਦੋਂ ਹਾਈ ਕੋਰਟ ਨੇ ਹਿੰਦੂ ਮੈਰਿਜ ਐਕਟ ਦੇ ਤਹਿਤ ਇੱਕ ਫੈਸਲਾ ਕੀਤਾ ਕਿ ਜੇਕਰ ਔਰਤ ਦਾ ਪਤੀ ਮਰ ਜਾਂਦਾ ਹੈ ਤੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘਰੋਂ ਬਾਹਰ ਕੱਢ ਦਿੰਦਾ ਹੈ ਤਾਂ ਉਹ ਆਪਣੇ ਸਹੁਰੇ ਪਰਿਵਾਰ ਤੋਂ ਆਪਣੇ ਖਰਚੇ ਭੱਤੇ ਦਾ ਹਿਸਾਬ ਲੈ ਸਕਦੀ ਹੈ, ਜਾਣੀ ਕਿ ਉਨੀ ਰਕਮ ਲੈ ਸਕਦੀ ਹੈ ਜਿਸ ਨਾਲ ਉਸ ਦਾ ਗੁਜ਼ਾਰਾ ਹੋ ਸਕੇ। ਨਹੀਂ ਤਾਂ ਔਰਤ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਹੀ ਰਹਿਣ ਦੀ ਹੱਕਦਾਰ ਹੋਵੇਗੀ। ਪਰ ਜੇਕਰ ਸਹੁਰਾ ਪਰਿਵਾਰ ਕੋਈ ਐਕਸ਼ਨ ਲੈ ਲੈਂਦਾ, ਉਹਨੂੰ ਬਾਹਰ ਕੱਢਦਾ, ਤਾਂ ਫਿਰ ਉਸ ਨੂੰ ਖਰਚਾ ਦੇਣਾ ਹੋਵੇਗਾ, ਜਾਣੀ ਕਿ ਸਹੁਰਾ ਆਪਣੀ ਨੂੰਹ ਨੂੰ ਖਰਚਾ ਦੇਵੇਗਾ ਉਸਦੇ ਜੀਵਨ ਦੇ ਲਈ, ਜੋ ਨਿੱਜੀ ਜ਼ਰੂਰਤਾਂ ਪੂਰੀਆਂ ਕਰਨ ਦੀ, ਖਾਣ ਪੀਣ ਦੇ ਲਈ, ਉਸਦੇ ਕਿਰਾਏ ਭੱਤੇ ਦੇ ਲਈ। ਸੋ ਇੱਕ ਫੈਸਲਾ, ਅਹਿਮ ਫੈਸਲਾ ਸੀ ਜਿਹੜੀ ਛੱਤੀਸਗੜ੍ਹ ਦੀ ਕੋਰਟ ਨੇ ਸੁਣਾਇਆ ਸੀ। ਦੂਜੇ ਵਿਆਹ ਤੋਂ ਬਾਅਦ ਵੀ ਪਹਿਲੇ ਪਤੀ ਦੀ ਜਾਇਦਾਦ ਦੇ ਵਿੱਚੋਂ ਵਿਧਵਾ ਔਰਤ ਹਿੱਸਾ ਲੈ ਸਕਦੀ ਹੈ। ਇੱਕ ਵੱਡੀ ਗੱਲ ਆ, ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ। ਬਹੁਤ ਸਾਰੇ ਲੋਕ ਇਹ ਸੋਚਦੇ ਨੇ ਵੀ ਜਦ ਵਿਧਵਾ ਔਰਤ ਦਾ ਦੂਜਾ ਵਿਆਹ ਹੋ ਜਾਂਦਾ ਤਾਂ ਪਹਿਲੇ ਪਤੀ ਦੀ ਪ੍ਰਾਪਰਟੀ 'ਚੋਂ ਹਿੱਸਾ ਨਹੀਂ ਲੈ ਸਕਦੀ, ਪਰ ਅਜਿਹਾ ਨਹੀਂ ਹੈ। ਮਾਨਯੋਗ ਕੋਰਟ ਨੇ ਇੱਕ ਆਰਡਰ ਦਿੱਤਾ ਹੋਇਆ, ਆਰਡਰ ਪੜ੍ਹ ਲੈਂਦੇ ਹਾਂ। ਆਰਡਰ ਦਿੱਤਾ ਹੈ ਹਾਈ ਕੋਰਟ ਦੀ, ਕਰਨਾਟਕ ਦੀ ਹਾਈ ਕੋਰਟ ਨੇ, ਜਿਸ ਦੇ ਉਸਨੇ ਇੱਕ ਫੈਸਲਾ ਸੁਣਾਇਆ ਸੀਗਾ ਕਿ ਜੇ ਹਿੰਦੂ ਵਿਧਵਾ ਔਰਤ ਆ ਜਿਹੜੀ, ਜੇਕਰ ਉਹਦਾ ਪਹਿਲਾ ਪਤੀ ਮਰ ਜਾਂਦਾ ਉਹ ਫਿਰ ਆਪਣਾ ਦੂਜਾ ਵਿਆਹ ਕਰਾ ਲੈਂਦੀ ਹੈ ਤੇ ਉਹ ਦੂਜੇ ਘਰ ਵਿਆਹੀ ਜਾਂਦੀ ਆ, ਫਿਰ ਵੀ ਉਹ ਆਪਣੇ ਪਹਿਲੇ ਮਰੇ ਹੋਏ ਪਤੀ ਦੀ ਜਾਇਦਾਦ ਦੇ ਵਿੱਚੋਂ ਹਿੱਸਾ ਲੈ ਸਕਦੀ ਹੈ। ਇਹ ਕਾਨੂੰਨੀ ਹੱਕ ਆ ਉਸਦਾ ਤੇ ਕਾਨੂੰਨੀ ਹੱਕ ਦੇ ਤਹਿਤ ਉਹ ਆਪਣੀ ਹਿੱਸੇ ਨੂੰ ਪ੍ਰਾਪਤ ਕਰ ਸਕਦੀ ਆ, ਉਸ ਤੋਂ ਹਿੱਸਾ ਕੋਈ ਵੀ ਨਹੀਂ ਖੋਹ ਸਕਦਾ। ਇੱਕ ਵੱਡਾ ਫੈਸਲਾ ਸੁਣਾਇਆ ਗਿਆ ਸੀ, ਜਾਣੀ ਕਿ ਜੇਕਰ ਦੂਜਾ ਵਿਆਹ ਵਿਧਵਾ ਦਾ ਹੁੰਦਾ ਤਾਂ ਪਹਿਲੇ ਪਤੀ ਦੀ ਜਾਇਦਾਦ 'ਚੋਂ ਵਿਧਵਾ ਨੂੰ ਹਿੱਸਾ ਜ਼ਰੂਰ ਮਿਲੇਗਾ। ਇਹ ਜਿਹੜਾ ਫੈਸਲਾ ਹੈ ਕਰਨਾਟਕ ਦੀ ਹਾਈ ਕੋਰਟ ਨੇ ਸੁਣਾਇਆ। ਉਸ ਤੋਂ ਬਾਅਦ ਜਿਹੜਾ ਮਈ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਸੀ। ਉਹ ਫੈਸਲਾ ਕੀ ਸੀ ਕਿ ਸੰਪत्ति ਦੀ ਦੇਖਭਾਲ ਕਰਨ ਵਾਲੀ ਔਰਤ ਪਤੀ ਦੀ ਮੌਤ ਤੋਂ ਬਾਅਦ ਸੰਪत्ति ਦੀ ਪੂਰਨ ਹੱਕਦਾਰ ਹੁੰਦੀ ਹੈ, ਜਾਣੀ ਕਿ ਜੇਕਰ ਕੋਈ ਔਰਤ ਆਪਣੇ ਪਤੀ ਨਾਲ ਰਹਿ ਰਹੀ ਹੈ ਤੇ ਪਤੀ ਦੇ ਨਾਂ ਉਹਦੀ ਸੰਪत्ति ਹੈ ਤੇ ਪਤੀ ਆ ਜਿਹੜਾ ਉਹ ਬਿਨਾਂ ਜਿਹੜੀ ਆ ਔਰਤ ਦੇ ਨਾਂ ਆਪਣੀ ਸੰਪत्ति ਕਰੇ ਮਰ ਜਾਂਦਾ ਹੈ ਤਾਂ ਉਸ ਦਾ ਅਧਿਕਾਰ ਆ ਜਿਹੜਾ ਔਰਤ ਕੋਲ ਖੁਦ ਬ ਖੁਦ ਆ ਜਾਏਗਾ। ਧਾਰਾ 14.1 ਦੇ ਤਹਿਤ ਜਿਹੜਾ ਇਹ
ਹਿੰਦੂ ਵਿਧਵਾ ਔਰਤ ਨੂੰ ਅਧਿਕਾਰ ਦਿੱਤਾ ਗਿਆ ਹੈ, ਕਿਉਂਕਿ ਜੇਕਰ ਹਿੰਦੂ ਵਿਧਵਾ ਔਰਤ ਪੂਰਾ ਕੰਟਰੋਲ ਰੱਖਦੀ ਹੈ ਉਸ ਸੰਪत्ति ਉੱਤੇ, ਉਹਦੀ ਦੇਖਭਾਲ ਕਰ ਰਹੀ ਸੀ, ਤਾਂ ਕੇਵਲ ਵਿਆਜ ਦੀ ਹੱਕਦਾਰ ਨਹੀਂ, ਪੂਰੀ ਸੰਪत्ति ਦੀ ਹੱਕਦਾਰ ਇਹ ਵਿਧਵਾ ਔਰਤ ਜਿਹੜੀ ਆ ਉਹ ਹੋ ਜਾਵੇਗੀ ਜਦ ਉਹਦੇ ਪਤੀ ਦੀ ਮੌਤ ਹੋ ਜਾਵੇਗੀ। 1956 ਦੇ ਵਿੱਚ ਇਹ ਐਕਟ ਆਇਆ ਸੀ, ਜਿਸ ਦੇ ਤਹਿਤ ਔਰਤ ਨੂੰ ਜਿਹੜਾ ਉਹਦਾ ਪੂਰਾ ਹੱਕ, ਜਿਹੜੀ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਜਾਇਦਾਦ ਦਾ ਪੂਰਾ ਹੱਕ ਹੋਵੇਗਾ, ਉਹ ਆਪਣੇ ਇਸ ਜਾਇਦਾਦ ਦਾ ਇਸਤੇਮਾਲ ਜਿੱਥੇ ਮਰਜ਼ੀ ਕਰ ਸਕਦੀ। ਇੱਕ ਫੈਸਲਾ ਹੋਰ ਸੁਣਾ ਦਿੰਦੇ ਆ, ਜਿਹੜਾ ਕਿ ਗੁਜਰਾਤ ਹਾਈ ਕੋਰਟ ਨੇ ਦਿੱਤਾ ਸੀ, ਜਾਣੀ ਕਿ ਵਿਧਵਾ ਔਰਤ ਆਪਣੇ ਦੂਜੇ ਪਤੀ ਦੇ ਜ਼ਮੀਨ ਦੀ ਵਾਰਿਸ ਵੀ ਹੋ ਸਕਦੀ ਹੈ। ਜਾਣੀ ਕਿ ਜੇਕਰ ਉਹਦਾ ਪਤੀ ਮਰ ਜਾਂਦਾ ਹੈ ਤਾਂ ਉਹ ਆਟੋਮੈਟਿਕਲੀ ਉਹ ਵਿਧਵਾ ਜਿਹੜੀ ਉਹ ਵਾਰਿਸ ਹੋ ਜਾਵੇਗੀ, ਚਾਹੇ ਉਹਦਾ ਵਿਆਹ ਹੋਰ ਵੀ ਹੋਇਆ ਤੇ ਚਾਹੇ ਉਹਦੇ ਨਾਂ ਤੇ ਉਹ ਜ਼ਮੀਨ ਨਹੀਂ ਵੀ ਕਰਵਾ ਕੇ ਗਿਆ, ਤਾਂ ਵੀ ਉਹ ਆਪਣੇ ਪਤੀ ਦੀ ਉਸ ਪ੍ਰਾਪਰਟੀ ਦੀ ਵਾਰਿਸ ਹੋ ਜਾਵੇਗੀ, ਚਾਹੇ ਜਾਂ ਉਹਦਾ ਕੋਈ ਵੀ ਹੋਰ ਹੱਕਦਾਰ ਨਹੀਂ ਹੈਗਾ। ਜੇਕਰ ਉਸਦੇ ਪਤੀ ਦੇ ਕੋਈ ਨਾਜਾਇਜ਼ ਸਬੰਧਾਂ ਨਾਲ ਪੈਦਾ ਹੋਏ ਬੱਚੇ ਨੇ ਜਾਂ ਖੁਦ ਦੇ ਬੱਚੇ ਨੇ, ਪਹਿਲੀ ਪਤਨੀ ਤੋਂ ਬੱਚੇ ਨੇ, ਤਾਂ ਉਹ ਵੀ ਇਸ ਜ਼ਮੀਨ ਦੇ ਹੱਕਦਾਰ ਹੋਣਗੇ, ਪਰ ਵਿਧਵਾ ਨੂੰ ਵੀ ਹਿੱਸਾ ਮਿਲੇਗਾ। ਗੁਜਰਾਤ ਕੋਰਟ ਨੇ ਇਹ ਫੈਸਲਾ ਦਿੱਤਾ ਸੀਗਾ, ਧਾਰਾ 15 ਦੇ ਤਹਿਤ ਇਹ ਫੈਸਲਾ ਆਇਆ ਸੀਗਾ। ਸੋ ਹੁਣ ਇੱਕ ਹੋਰ ਫੈਸਲੇ ਦੀ ਗੱਲ ਕਰ ਲੈਂਦੇ ਆ, ਜਿਹੜਾ ਪਿਛਲੇ ਸਾਲ ਫਰਵਰੀ ਦੇ ਵਿੱਚ ਆਉਂਦਾ। ਇਹ ਫੈਸਲਾ ਕੀ ਆ ਕਿ ਹਿੰਦੂ ਵਿਧਵਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਇਦਾਦ ਮਿਲ ਸਕਦੀ ਹੈ। ਇੱਕ ਹੋਰ ਫੈਸਲੇ ਦੀ ਗੱਲ ਕਰ ਲੈਂਦੇ ਆ। ਇਹ ਫੈਸਲਾ ਪਿਛਲੇ ਸਾਲ ਫਰਵਰੀ ਦੇ ਵਿੱਚ ਆਉਂਦਾ ਕਿ ਇੱਕ ਜਿਹੜੀ ਹਿੰਦੂ ਵਿਧਵਾ ਹੈ ਉਹਦੇ ਪਰਿਵਾਰਕ ਮੈਂਬਰ ਵੀ ਨੇ ਜਿਹੜੇ ਉਹ ਪ੍ਰਾਪਰਟੀ ਮੰਗ ਸਕਦੇ ਨੇ, ਉਹਦੇ ਹੱਕਦਾਰ ਹੋ ਸਕਦੇ ਨੇ। ਜੇਕਰ ਇੱਕ ਔਰਤ ਦਾ ਪਤੀ ਮਰ ਜਾਂਦਾ ਹੈ, ਉਹ ਔਰਤ ਦੇ ਆਪ ਦੇ ਮਰਨ ਤੋਂ ਬਾਅਦ ਵੀ ਉਹਦੇ ਜਿਹੜੇ ਪਰਿਵਾਰਕ ਮੈਂਬਰ ਨੇ, ਜਾਣੀ ਕਿ ਉਹਦੇ ਔਰਤ ਦੇ ਪਿਤਾ ਦੇ ਪਰਿਵਾਰਕ ਮੈਂਬਰ ਜਿਹੜੇ ਉਹਦੇ ਪੇਕਿਆਂ ਪਾਸੋਂ ਨੇ ਔਰਤ ਦੇ, ਉਹ ਵੀ ਪ੍ਰਾਪਰਟੀ 'ਚੋਂ ਹਿੱਸਾ ਲੈ ਸਕਦੇ ਨੇ, ਪ੍ਰਾਪਰਟੀ 'ਚੋਂ ਹਿੱਸਾ ਮੰਗ ਸਕਦੇ ਨੇ। ਇਹ ਵੀ ਮਾਨਯੋਗ ਕੋਰਟ ਨੇ ਇਹ ਵਿਧਵਾ ਔਰਤ ਨੂੰ ਅਧਿਕਾਰ ਦਿੱਤਾ ਸੀ, ਜਾਣੀ ਕਿ ਜੇਕਰ ਵਿਧਵਾ ਔਰਤ ਖੁਦ ਸਮਰਥ ਨਹੀਂ ਹੈਗੀ, ਨਹੀਂ ਹਿੱਸਾ ਮੰਗ ਸਕਦੀ, ਤਾਂ ਫਿਰ ਉਹਦੇ ਪਿਤਾ ਦੇ ਪਰਿਵਾਰਕ ਮੈਂਬਰ, ਜਾਣੀ ਕਿ ਔਰਤ ਦੇ ਭਾਈ ਹੋ ਸਕਦੇ, ਉਹਦੀ ਮਾਂ ਹੋ ਸਕਦੀ ਹੈ, ਉਹ ਜਿਹੜੇ ਪ੍ਰਾਪਰਟੀ 'ਚੋਂ ਹਿੱਸਾ ਮੰਗ ਸਕਦੇ ਨੇ ਆਪਣੇ ਪਤੀ ਤੋਂ, ਔਰਤ ਦੇ, ਜਾਣੀ ਕਿ ਆਪਣੇ, ਜੇਕਰ ਉਹਦੇ ਭਾਈ ਨੇ ਤਾਂ ਆਪਣੀ ਭੈਣ ਦੇ ਪਤੀ ਦੀ ਪ੍ਰਾਪਰਟੀ 'ਚੋਂ, ਜੇਕਰ ਉਹਦੀ ਮਾਂ ਹੈ ਤਾਂ ਆਪਣੀ ਕੁੜੀ ਦੀ ਪਤੀ ਦੀ ਪ੍ਰਾਪਰਟੀ 'ਚੋਂ, ਜੇਕਰ ਉਹਦਾ ਪਿਤਾ ਹੈ ਤਾਂ ਆਪਣੀ ਕੁੜੀ ਦੀ ਪਤੀ ਦੀ ਪ੍ਰਾਪਰਟੀ 'ਚੋਂ ਹਿੱਸਾ ਲੈ ਸਕਦੇ ਨੇ। ਇਹ ਵੀ ਇੱਕ ਮਾਨਯੋਗ ਕੋਰਟ ਦਾ ਫੈਸਲਾ ਸੀ, ਇੱਕ ਅਹਿਮ ਫੈਸਲਾ ਸੀ। ਜਿਹੜਾ ਫੈਸਲਾ ਧਾਰਾ 15(1)D ਦੇ ਤਹਿਤ ਜਿਹੜਾ ਹਿੰਦੂ ਔਰਤ ਨੂੰ ਇਹ ਜਿਹੜਾ ਇੱਕ ਵਿਸ਼ੇਸ਼ ਅਧਿਕਾਰ ਉਹ ਦਿੱਤਾ ਗਿਆ ਸੀਗਾ। ਸੋ ਤਮਾਮ ਅਧਿਕਾਰਾਂ ਦੀ ਚਰਚਾ ਕਰ ਰਹੇ ਹਾਂ। ਇੱਕ ਹੋਰ ਸੁਪਰੀਮ ਕੋਰਟ ਦੀ ਟਿੱਪਣੀ ਦੀ ਗੱਲ ਕਰ ਲੈਂਦੇ ਹਾਂ, ਜਿਹੜੀ 2015 ਦੇ ਵਿੱਚ ਆਉਂਦੀ ਹੈ। ਇਹ ਕੀ ਹੈ ਕਿ ਵਿਧਵਾ ਆਪਣੀ ਜਾਇਦਾਦ ਨੂੰ ਵਸੀਅਤ ਕਰਨ ਲਈ ਆਜ਼ਾਦ ਹੈ, ਜਿਹੜੀ ਕਿ ਵਿਧਵਾ ਔਰਤ ਦੇ ਨਾਂ ਜਿਹੜੀ ਵੀ ਜਾਇਦਾਦ ਹੋਵੇਗੀ, ਜਿਹੜੀ ਵੀ ਉਹ ਜਾਇਦਾਦ, ਚਾਹੇ ਉਸਦੇ ਪਹਿਲੇ ਪਤੀ ਤੋਂ, ਚਾਹੇ ਉਹ ਦੂਜੇ ਪਤੀ ਤੋਂ ਆ, ਚਾਹੇ ਉਹਦੀ ਖੁਦ ਦੀ ਸੰਪत्ति ਹੈ, ਚਾਹੇ ਕਿਤੋਂ ਹੋਰ ਪ੍ਰਾਪਤ ਹੋਈ ਹੈ, ਜੇ ਵਿਧਵਾ ਦੇ ਕੋਲ ਕੋਈ ਜਾਇਦਾਦ ਹੈ ਤਾਂ ਉਹ ਆਪਣੀ ਪ੍ਰਾਪਰਟੀ ਨੂੰ ਕਿਸੇ ਦੇ ਵੀ ਨਾਂ ਕਰ ਸਕਦੀ ਹੈ, ਚਾਹੇ ਉਹ ਕਿਸੇ ਟਰਸਟ ਨੂੰ ਦੇਵੇ, ਚਾਹੇ ਤੁਰੇ ਜਾਂਦੇ ਕਿਸੇ ਰਾਹਗੀਰੀ ਨੂੰ ਦੇਵੇ, ਚਾਹੇ ਕਿਸੇ ਆਪਣੇ ਪਰਿਵਾਰਕ ਮੈਂਬਰ ਨੂੰ ਦੇਵੇ। ਉਹਨੂੰ ਪੂਰਾ ਅਧਿਕਾਰ ਹੋਵੇਗਾ ਕਿ ਉਹ ਆਪਣੀ ਜਾਇਦਾਦ ਕਿਸ ਨੂੰ ਦਿੰਦੀ ਹੈ, ਉਸ ਉੱਤੇ ਕੋਈ ਵੀ ਆਬਜੈਕਸ਼ਨ ਨਹੀਂ ਲੱਗ ਸਕਦੀ। ਜੇ ਉਹਦੀ ਪਤੀ ਦੀ ਪ੍ਰਾਪਰਟੀ ਉਹਦੇ ਕੋਲ ਹੈਗੀ ਹੈ, ਚਾਹੇ ਉਹ ਕਿਸੇ ਨੂੰ ਵੀ ਦੇ ਸਕਦੀ ਹੈ, ਪਤੀ ਦੇ ਪਰਿਵਾਰਕ ਮੈਂਬਰ ਇਸ ਉੱਤੇ ਆਬਜੈਕਸ਼ਨ ਨਹੀਂ ਕਰ ਸਕਦੇ ਕਿ ਇਹ ਪ੍ਰਾਪਰਟੀ ਉਹ ਕਿਸ ਨੂੰ ਦੇ ਰਹੀ ਹੈ, ਤੇ ਉਸ ਨੂੰ ਇਹ ਪੂਰਾ ਅਧਿਕਾਰ ਦਿੱਤਾ ਗਿਆ ਸੀ। 2015 ਦੇ ਵਿੱਚ ਟਿੱਪਣੀ ਕੀਤੀ ਜਾਂਦੀ ਹੈ ਇੱਕ ਮਾਮਲੇ ਦੇ ਤਹਿਤ ਮਾਨਯੋਗ ਸੁਪਰੀਮ ਕੋਰਟ ਵੱਲੋਂ, ਜਿਹੜਾ ਕਿ ਇਸ ਦੇ ਵਿੱਚ ਵੱਡਾ ਅਧਿਕਾਰ ਔਰਤ ਨੂੰ, ਵਿਧਵਾ ਔਰਤ ਨੂੰ ਦੇ ਦਿੱਤਾ ਗਿਆ ਸੀਗਾ ਪਤੀ ਦੀ ਮੌਤ ਤੋਂ ਬਾਅਦ, ਜਾਣੀ ਕਿ ਔਰਤ ਹੁਣ ਪੂਰੀ ਹੱਕਦਾਰ ਹੋਵੇਗੀ ਜਾਇਦਾਦ ਦੇ ਉੱਤੇ, ਉਹ ਕਿਸੇ ਦੇ ਨਾਮ ਵੀ ਇਹ ਜਾਇਦਾਦ ਕਰ ਸਕਦੀ ਹੈ। ਇੱਕ ਹੋਰ ਐਕਟ ਦੀ ਗੱਲ ਕਰ ਲੈਂਦੇ ਆ। 1956 ਦੇ ਵਿੱਚ ਇਹ ਐਕਟ ਆਇਆ ਸੀਗਾ, ਉੱਤਰਾਧਿਕਾਰੀ ਐਕਟ, ਜਾਣੀ ਕਿ ਉੱਤਰਾਧਿਕਾਰੀ ਐਕਟ ਸ਼੍ਰੇਣੀ 1 ਦੇ ਤਹਿਤ ਆਇਆ ਸੀ, ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਔਰਤ ਜਿਹੜੀ ਆਟੋਮੈਟਿਕਲੀ ਉੱਤਰਾਧਿਕਾਰੀ ਹੋਵੇਗੀ ਆਪਣੇ ਪਤੀ ਦੀ ਜਾਇਦਾਦ ਦੇ ਵਿੱਚੋਂ, ਚਾਹੇ ਉਸਦਾ ਪਤੀ ਉਸਦੇ ਨਾਮ ਕਰਕੇ ਗਿਆ ਜਾਇਦਾਦ, ਚਾਹੇ ਨਹੀਂ ਕਰਕੇ ਗਿਆ, ਤੇ ਫਿਰ ਵੀ ਔਰਤ ਉਸਦੀ ਉੱਤਰਾਧਿਕਾਰੀ ਜ਼ਰੂਰ ਹੋਵੇਗੀ। ਜੇਕਰ ਹੋਰ ਪਰਿਵਾਰਕ ਮੈਂਬਰ ਨੇ ਉਹ ਵੀ ਹਿੱਸੇਦਾਰ ਆ, ਪਰ ਔਰਤ ਨੂੰ ਵੀ ਆਪਣੇ ਪਤੀ ਦੀ ਜਾਇਦਾਦ ਦੇ ਵਿੱਚੋਂ ਆਟੋਮੈਟਿਕਲੀ ਹਿੱਸਾ ਮਿਲ ਜਾਵੇਗਾ। ਪਤੀ ਦੀ ਜਾਇਦਾਦ ਦੀ ਉਹ ਪੂਰੀ ਉੱਤਰਾਧਿਕਾਰੀ ਹੋਵੇਗੀ, ਉਹ ਆਪਣੀ ਪ੍ਰਾਪਰਟੀ ਨੂੰ ਜਿੱਥੇ ਮਰਜ਼ੀ ਯੂਜ਼ ਕਰ ਸਕਦੀ ਹੈ। ਸੋ ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵਿਧਵਾ ਔਰਤਾਂ ਦੇ ਅਧਿਕਾਰਾਂ ਦੇ ਉੱਤੇ ਜਿਹੜਾ ਆ ਚਾਨਣਾ ਪਾਇਆ ਕਿ ਵਿਧਵਾ ਔਰਤਾਂ ਨੂੰ ਕਿਹੜੇ-ਕਿਹੜੇ ਅਧਿਕਾਰ ਮਿਲਦੇ ਨੇ, ਕਿਸ ਤਹਿਤ ਮਿਲਦੇ ਨੇ। 166 ਸਾਲ ਪਹਿਲਾਂ ਇਹ ਰੀਤ ਚੱਲੀ ਸੀ, ਜਦ ਇੱਕ ਪ੍ਰੇਮ ਚੰਦ ਨਾਂ ਦੇ ਇੱਕ ਵਿਅਕਤੀ ਵੱਲੋਂ ਵਿਦਿਆ ਸਾਗਰ
ਈਸ਼ਵਰ ਚੰਦ ਵਿਦਿਆਸਾਗਰ ਨਾਂ ਦੇ ਇੱਕ ਵਿਅਕਤੀ ਵੱਲੋਂ ਆਪਣੇ ਪੁੱਤਰ ਦਾ ਵਿਆਹ ਇੱਕ ਵਿਧਵਾ ਨਾਲ ਕੀਤਾ ਗਿਆ ਸੀ, ਉਸ ਨੂੰ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸਮੇਂ-ਸਮੇਂ ਸਿਰ ਹੋਰ ਅਧਿਕਾਰ ਆਉਂਦੇ ਗਏ। ਅਧਿਕਾਰਾਂ ਉੱਤੇ ਇੱਕ ਵਾਰ ਫੇਰ ਨਿਗਾਹ ਮਾਰ ਲੈਂਦੇ ਆ ਕਿ ਕਿਹੜੇ-ਕਿਹੜੇ ਅਧਿਕਾਰ ਮਿਲੇ ਨੇ, ਕਦ ਔਰਤ ਨੂੰ ਕਿੱਥੇ-ਕਿੱਥੇ ਮਿਲੇ ਨੇ। ਸਭ ਤੋਂ ਪਹਿਲਾਂ ਜਿਹੜਾ ਛੱਤੀਸਗੜ੍ਹ ਦੀ ਇੱਕ ਹਾਈ ਕੋਰਟ ਨੇ ਇੱਕ ਔਰਤ ਨੂੰ ਅਧਿਕਾਰ ਦਿੱਤਾ ਸੀ ਕਿ ਵਿਧਵਾ ਨੂੰ ਸਹੁਰੇ ਤੋਂ ਵੀ, ਜਿਹੜੀ ਵਿਧਵਾ ਨੂੰ ਹੈ, ਆਪਣੇ ਸਹੁਰੇ ਦੀ ਜਾਇਦਾਦ ਤੋਂ ਵਿੱਚੋਂ ਵੀ ਕਿਰਾਇਆ ਪੱਤਾ ਲੈ ਸਕਦੀ ਹੈ, ਹਿੱਸਾ ਲੈ ਸਕਦੀ ਹੈ। ਉੱਥੇ ਹੀ ਜਿਹੜਾ ਕਰਨਾਟਕਾ ਦੀ ਇੱਕ ਹਾਈ ਕੋਰਟ ਨੇ ਇੱਕ ਵਿਧਵਾ ਦੇ ਹੱਕ 'ਚ ਇੱਕ ਫੈਸਲਾ ਲਿੱਤਾ ਸੀਗਾ ਕਿ ਜੇ ਵਿਧਵਾ ਦੂਜਾ ਵਿਆਹ ਵੀ ਕਰਾ ਲੈਂਦੀ ਹੈ ਤਾਂ ਵੀ ਆਪਣੇ ਪਹਿਲੇ ਪਤੀ ਦੀ ਜਾਇਦਾਦ ਦੇ ਵਿੱਚੋਂ ਹੱਕਦਾਰ ਹੋਵੇਗੀ, ਉਸ ਨੂੰ ਉਹ ਹਿੱਸਾ ਮਿਲੇਗਾ। ਉੱਥੇ ਇੱਕ ਹੋਰ ਫੈਸਲਾ ਕੀਤਾ ਗਿਆ ਸੀਗਾ ਮਈ ਦੇ ਵਿੱਚ ਸੁਪਰੀਮ ਕੋਰਟ ਨੇ ਕਿ ਸੰਪत्ति ਦੀ ਦੇਖਭਾਲ ਕਰਨ ਵਾਲੀ ਔਰਤ ਆਪਣੇ ਪਤੀ ਦੀ तमाम ਸੰਪत्ति ਦੀ ਹੱਕਦਾਰ ਹੋਵੇਗੀ, ਚਾਹੇ ਉਹ ਉਸ ਨੂੰ ਉਹਦਾ ਪਤੀ ਨਾਮ ਕਰਾ ਕੇ ਗਿਆ ਚਾਹੇ ਨਹੀਂ ਕਰਾ ਕੇ ਗਿਆ, ਫਿਰ ਵੀ ਉਹ ਹੱਕਦਾਰ ਹੋਵੇਗੀ। ਧਾਰਾ 14(1) ਦੇ ਤਹਿਤ ਇਹ ਅਧਿਕਾਰ ਦਿੱਤਾ ਗਿਆ ਸੀ ਵਿਸ਼ੇਸ਼ ਤੌਰ ਦੇ ਉੱਤੇ। ਪਤੀ ਦੀ ਮੌਤ ਤੋਂ ਬਾਅਦ ਜਾਣੀ ਕਿ ਹੱਕਦਾਰ ਔਰਤ ਪੂਰਨ ਤੌਰ ਤੇ ਹੋਵੇਗੀ। ਇੱਥੇ ਇੱਕ ਹੋਰ ਅਧਿਕਾਰ ਦਿੱਤਾ ਜਾਂਦਾ ਹੈ, ਗੁਜਰਾਤ ਹਾਈ ਕੋਰਟ ਨੇ ਦਿੱਤਾ ਹੈ। ਉਹ ਅਧਿਕਾਰ ਇੱਕ ਫੈਸਲਾ ਜਿੱਥੇ ਕਿ ਵਿਧਵਾ ਦੂਜੇ ਪਤੀ ਦੀ ਜ਼ਮੀਨ ਦੀ ਵੀ ਵਾਰਸ ਹੋ ਸਕਦੀ ਹੈ, ਜਾਣੀ ਕਿ ਜਿਹੜੀ ਵਿਧਵਾ ਔਰਤ ਆ ਜਦ ਉਹਦਾ ਦੂਜਾ ਪਤੀ ਦੀ ਜਿਹੜੀ ਜ਼ਮੀਨ ਹੈ ਉਸ ਦੇ ਵਿੱਚੋਂ ਵੀ ਵਾਰਸ ਹੋਵੇਗੀ। ਪਹਿਲੇ 'ਚ ਅਧਿਕਾਰ ਤਾਂ ਲੈ ਸਕਦੀ ਹੈ, ਦੂਜੇ 'ਚੋਂ ਵੀ ਉਹ ਵਾਰਿਸ ਹੋਵੇਗੀ ਜੇਕਰ ਉਹਦਾ ਪਤੀ ਬਿਨਾਂ ਜਿਹੜਾ ਲਿਖਤ ਪੜਤ ਕੀਤੇ ਉਸ ਨੂੰ ਉਹ ਹਿੱਸਾ ਜਿਹੜਾ ਉਹਦੇ ਨਾਮ ਕੀਤੇ ਹੀ ਉਹ ਮਰ ਗਿਆ ਹੈ, ਤਾਂ ਵੀ ਜਿਹੜੀ ਉਹ ਔਰਤ ਹੈ ਉਹ ਜਿਹੜੀ ਹੈ ਉਹ ਉੱਤਰਾਧਿਕਾਰੀ ਹੋ ਜਾਂਦੀ ਹੈ। ਐਕਟ 15 ਦੇ ਤਹਿਤ ਇਹ ਫੈਸਲਾ ਆਇਆ ਸੀਗਾ। ਉੱਥੇ ਇਹ ਵੀ ਦੱਸਿਆ ਗਿਆ ਹੈ ਨਾਲ ਇਹਦੇ ਇਸ ਐਕਟ ਦੇ ਨਾਲ ਕਿ ਔਰਤ ਦੇ ਨਾਲ ਉਸਦੇ ਪਤੀ ਦੇ ਜਿਹੜੇ ਪੁੱਤਰ ਤੇ ਧੀਆਂ ਨੇ ਉਹ ਵੀ ਅਧਿਕਾਰੀ ਹੋਣਗੀਆਂ। ਤੇ ਇਸ ਤੋਂ ਇਲਾਵਾ ਪਤੀ ਦੀ ਜੇ ਕੋਈ ਨਜਾਇਜ਼ ਔਲਾਦ ਆ, ਜਾਣੀ ਕਿ ਜਾਂ ਔਰਤ ਜਾਂ ਪਤੀ ਦੀ ਕੋਈ ਨਜਾਇਜ਼ ਔਲਾਦ ਹੁੰਦੀ ਆ, ਉਹ ਵੀ ਹਿੱਸੇਦਾਰ ਹੋਵੇਗੀ, ਉਹ ਵੀ ਜਿਹੜੀ ਅਧਿਕਾਰੀ ਹੋਵੇਗੀ ਪ੍ਰਾਪਰਟੀ ਦੇ ਵਿੱਚ। ਇਸ ਤੋਂ ਬਾਅਦ ਇੱਕ ਹੋਰ ਫੈਸਲਾ ਸੀ, ਜੇਕਰ ਹਿੰਦੂ ਜਿਹੜੀ ਵਿਧਵਾ ਔਰਤ ਆ ਉਸਦੇ ਪਰਿਵਾਰਕ ਮੈਂਬਰ ਨੇ, ਜਾਣੀ ਕਿ ਔਰਤ ਦੇ ਪਿਤਾ ਦੇ ਪਾਸਿਓਂ ਪਰਿਵਾਰਕ ਮੈਂਬਰ ਨੇ, ਉਹ ਵੀ ਜਿਹੜੀ ਹਿੱਸੇਦਾਰੀ ਔਰਤ ਦੇ ਦਮ ਦੇ ਉੱਤੇ ਲੈ ਸਕਦੇ ਨੇ। ਔਰਤ ਦੇ ਅਧਿਕਾਰ ਉੱਤੇ ਹਿੱਸੇਦਾਰੀ ਜਿਹੜੀ ਆ ਉਹ ਜਾਇਦਾਦ ਦੇ ਤੌਰ ਤੇ ਲੈ ਸਕਦੇ ਨੇ ਮੈਂਬਰ, ਪਰਿਵਾਰਕ ਮੈਂਬਰ ਹਿੱਸੇਦਾਰੀ, ਜਾਣੀ ਕਿ ਜਿਹੜੇ ਉਹਦੇ ਪਿਤਾ ਦੀ ਘਰ ਵਾਲੀ, ਜਾਣੀ ਕਿ ਔਰਤ ਦੀ ਮਾਂ, ਉਹਦੇ ਪੁੱਤਰ, ਉਹਦੀਆਂ ਜਾਣੀ ਕਿ ਧੀਆਂ, ਜਾਣੀ ਕਿ ਔਰਤ ਦੀਆਂ ਭੈਣਾਂ ਦੇ ਭਾਈ, ਉਹ ਵੀ ਜਾਇਦਾਦ ਤੋਂ ਹਿੱਸਾ ਲੈ ਸਕਦੇ ਨੇ ਜੇ ਔਰਤ ਸਮਰੱਥ ਨਹੀਂ ਹਿੱਸਾ ਲੈਣ ਦੇ ਲਈ। ਇਹ ਵੀ ਇੱਕ ਐਕਟ ਆਇਆ ਸੀਗਾ। ਇਹ ਜਿਹੜਾ ਐਕਟ ਲਿਆਂਦਾ ਗਿਆ ਸੀਗਾ ਉਹ ਪਿਛਲੇ ਸਾਲ ਫਰਵਰੀ ਦੇ ਵਿੱਚ ਮਾਨਯੋਗ ਕੋਰਟ ਨੇ ਲਿਆਂਦਾ ਸੀਗਾ। ਉੱਥੇ ਹੀ ਜਿਹੜੀ ਵਿਧਵਾ ਆਪਣੀ ਜਾਇਦਾਦ ਕਿਸੇ ਨੂੰ ਵੀ ਜਿਹੜੀ ਦੇ ਸਕਦੀ ਆ, ਕਿਸੇ ਦੇ ਨਾਂ ਵੀ ਆਪਣੀ ਵਸੀਅਤ ਕਰ ਸਕਦੀ ਹੈ। ਇਹ ਵੀ ਐਕਟ ਆਇਆ ਸੀਗਾ 2015 ਦੇ ਵਿੱਚ। ਟਿੱਪਣੀ ਕੀਤੀ ਸੀਗੀ ਮਾਨਯੋਗ ਸੁਪਰੀਮ ਕੋਰਟ ਨੇ ਕਿ ਔਰਤ ਨੂੰ ਪੂਰਾ ਅਧਿਕਾਰ ਆ, ਕਿਉਂਕਿ ਉਸਦੇ ਪਤੀ ਕੋਲੋਂ ਉਸ ਨੂੰ ਜ਼ਮੀਨ ਮਿਲੀ ਆ, ਉਸ ਕੋਲ ਪੂਰਾ ਅਧਿਕਾਰ ਆ ਕਿ ਇਹ ਪ੍ਰਾਪਰਟੀ ਉਹ ਕਿਸ ਨੂੰ ਦਿੰਦੀ ਆ, ਕਿਸ ਦੇ ਨਾਮ ਕਰਦੀ ਆ। ਸੋ ਔਰਤ ਨੂੰ ਇਹ ਅਧਿਕਾਰ ਦੀ ਉਹ ਪਾਲਣਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ, ਚਾਹੇ ਉਹ ਆਪਣੇ ਪਹਿਲੇ ਪਤੀ ਨੂੰ ਦੇਵੇ, ਚਾਹੇ ਉਹ ਸਿੱਟੇ ਰੱਖੇ, ਦਾਨ ਕਰੇ, ਵੇਚੇ, ਜੋ ਮਰਜ਼ੀ ਕਰੇ। ਔਰਤ ਦੇ ਅਧਿਕਾਰ ਦੇ ਵਿੱਚ ਕਿਸੇ ਦੀ ਦਖਲਅੰਦਾਜ਼ੀ ਨਹੀਂ ਹੋਵੇਗੀ, ਪਤੀ ਦੇ ਪਰਿਵਾਰਕ ਮੈਂਬਰ ਵੀ ਦਖਲਅੰਦਾਜ਼ੀ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਇੱਕ ਹੋਰ ਅਧਿਕਾਰ ਸੀ ਕਿ ਪਤੀ ਦੀ ਜਾਇਦਾਦ ਦੇ ਵਿੱਚ ਆਟੋਮੈਟਿਕਲੀ ਔਰਤ ਹੈ ਜਿਹੜੀ ਉਹ ਉੱਤਰਾਧਿਕਾਰੀ ਹੋਵੇਗੀ, ਜਾਣੀ ਕਿ ਉਹਨੂੰ ਪੂਰਨ ਫੈਸਲਾ ਦਿੱਤਾ ਜਾਵੇਗਾ ਤੇ ਪੂਰੀ ਪ੍ਰਾਪਰਟੀ ਦੀ ਅਧਿਕਾਰੀ ਉਹ ਹੋਵੇਗੀ ਕਿ ਉਹ ਆਪਣੀ ਪ੍ਰਾਪਰਟੀ ਨੂੰ ਕਿੱਦਾਂ ਯੂਜ਼ ਕਰਦੀ ਆ, ਚਾਹੇ ਪਤੀ ਉਸਦੇ ਨਾਮ ਕਰਕੇ ਗਿਆ ਹੋਵੇ ਚਾਹੇ ਨਹੀਂ, ਪਰ ਉਹ ਜੇਕਰ ਦੇਖਭਾਲ ਕਰਦੀ ਹੈ ਪ੍ਰਾਪਰਟੀ ਦੀ ਤਾਂ ਉਹ ਅਧਿਕਾਰੀ ਹੋਵੇਗੀ ਆਪਣੀ ਪ੍ਰਾਪਰਟੀ ਦੀ, ਉਸ ਪਤੀ ਦੁਆਰਾ ਮਿਲੀ ਪ੍ਰਾਪਰਟੀ ਦੀ ਪੂਰੀ ਤਰ੍ਹਾਂ ਉਹ ਸਮਰੱਥ ਹੋਵੇਗੀ ਆਪਣੇ ਕੋਲ ਰੱਖਣ ਦੀ, ਵੇਚਣ ਦੀ ਜਾਂ ਜੋ ਕੁਝ ਮਰਜ਼ੀ ਕਰਨ ਦੀ। ਸੋ ਵਿਧਵਾ ਔਰਤਾਂ ਦੇ ਅਧਿਕਾਰਾਂ ਦੀ ਅੱਜ ਅਸੀਂ ਆਪਣੇ ਸ਼ੋਅ ਦੇ ਵਿੱਚ ਚਰਚਾ ਕੀਤੀ ਹੈ, ਚਾਨਣਾ ਪਾਇਆ। 166 ਸਾਲ ਪਹਿਲਾਂ ਇਹ ਫੈਸਲਾ ਸ਼ੁਰੂ ਹੋਇਆ ਸੀ ਦੇਸ਼ ਦੇ ਭਵਿੱਖ ਦੇ ਵਿੱਚ, ਜਾਂ ਇਹ ਕਹੀਏ ਦੇਸ਼ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਹੋਇਆ ਫੈਸਲਾ ਹਜੇ ਤੱਕ ਸਮੇਂ-ਸਮੇਂ ਸਿਰ ਔਰਤਾਂ ਦੇ ਹੱਕ ਦੇ ਵਿੱਚ ਆਉਂਦਾ ਰਹਿੰਦਾ ਹੈ। ਕਿਤੇ ਇੱਕ ਪਾਸੇ ਅਸੀਂ ਵਿਧਵਾ ਔਰਤ ਨੂੰ ਸਤੀ ਪ੍ਰਥਾ ਦੇ ਰੂਪ ਦੇ ਵਿੱਚ ਦੇਖਦੇ ਸੀ, ਉਸ ਨੂੰ ਨਾਲੇ ਅੱਗ ਦੇ ਵਿੱਚ ਜਲਾ ਦਿੰਦੇ ਸੀ, ਫਿਰ ਉਸ ਨੂੰ ਵਿਧਵਾ ਤੌਰ ਤੇ ਛੱਡ ਦੇਣਾ ਕਬੂਲ ਹੋਣਾ ਸ਼ੁਰੂ ਹੋਇਆ। ਫਿਰ ਦੁਬਾਰਾ ਵਿਆਹ ਕਰਨ ਦੀ 166 ਸਾਲ ਪਹਿਲਾਂ ਰੀਤ ਸ਼ੁਰੂ ਹੋਈ ਤੇ ਹੁਣ ਜਾਇਦਾਦ ਦੇ ਵੀ ਹਿੱਸੇ ਸਮੇਂ-ਸਮੇਂ ਸਿਰ ਅਧਿਕਾਰ ਔਰਤ ਨੂੰ ਸਮੇਂ-ਸਮੇਂ ਸਿਰ ਵਿਧਵਾ ਔਰਤ ਨੂੰ ਹਿੰਦੂ ਮੈਰਿਜ ਐਕਟ ਦੇ ਤਹਿਤ ਦਿੱਤੇ ਜਾਣ ਲੱਗੇ। ਸੋ ਆਪਣੇ ਸ਼ੋਅ ਦੇ ਵਿੱਚ ਖਾਸ ਤੌਰ ਤੇ ਵਿਧਵਾ ਔਰਤਾਂ ਦੀ ਹਿੰਦੂ ਮੈਰਿਜ ਐਕਟ ਦੇ ਤਹਿਤ ਵਿਧਵਾ ਔਰਤਾਂ ਦੀ ਚਰਚਾ ਕੀਤੀ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਇਜਾਜ਼ਤ, ਦੇਖਦੇ ਰਹੋ ਟੀਵੀ ਪੰਜਾਬ। ਧੰਨਵਾਦ।